स्टेट है बिल्कुल। इस समय विजय ਆਪਾਂ ਦਿਖਾ ਰਹੇ ਹਾਂ ਸਿਰਫ 25 ਮਿੰਟ ਬਾਕੀ ਨੇ। 25 ਮਿੰਟ ਬਾਅਦ ਇਲੈਕਸ਼ਨ ਦੀ ਅਨਾਉਂਸਮੈਂਟ ਪੰਜਾਬ ਦੇ ਵਿੱਚ ਹੋਣ ਜਾ ਰਹੀ ਹੈ। ਕੋਡ ਆਫ ਕੰਡਕਟ 25 ਮਿੰਟ ਬਾਅਦ ਲੱਗਣ ਜਾ ਰਿਹਾ ਹੈ ਪੰਜਾਬ ਦੇ ਵਿੱਚ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਮਿੰਟ ਦਰ ਮਿੰਟ ਤੁਹਾਨੂੰ ਤਸਵੀਰਾਂ ਦੇ ਜ਼ਰੀਏ ਵੀ ਦਿਖਾ ਸਕੀਏ ਤੇ ਨਾਲ ਹਰ ਇੱਕ ਪੁਆਇੰਟ ਦੇ ਉੱਤੇ ਅਪਡੇਟ ਵੀ ਕਰ ਸਕੀਏ। ਤਾਂ 25 ਮਿੰਟ ਬਾਅਦ ਇਲੈਕਸ਼ਨ ਦਾ ਐਲਾਨ ਹੋਣ ਜਾ ਰਿਹਾ ਹੈ ਔਰ ਖਾਸ ਇਹ ਵੀ ਹੈ ਕਿ 3:30 ਦੇ ਉੱਤੇ ਪ੍ਰੈਸ ਕਾਨਫਰੰਸ ਦੀ ਸ਼ੁਰੂਆਤ ਹੋਏਗੀ ਔਰ ਜਿਵੇਂ ਇਲੈਕਸ਼ਨ ਦੀ ਅਨਾਉਂਸਮੈਂਟ ਹੁੰਦੀ ਹੈ ਕੋਡ ਆਫ ਕੰਡਕਟ ਲੱਗ ਜਾਂਦਾ। ਹਾਲਾਂਕਿ ਜਦੋਂ ਬਿਲਕੁਲ ਡੇਟ ਦੇ ਲਈ ਸਾਨੂੰ ਹੋ ਸਕਦਾ ਹੈ ਕਿ ਕਰੀਬ 4 ਵਜੇ ਤੱਕ ਦਾ ਇੰਤਜ਼ਾਰ ਕਰਨਾ ਪਵੇ ਕਿਉਂਕਿ ਸ਼ੁਰੂਆਤ ਦੇ ਵਿੱਚ ਹੋਏਗਾ ਕਿ ਅਲੱਗ-ਅਲੱਗ ਫਿਗਰਸ ਦੱਸੀਆਂ ਜਾਂਦੀਆਂ ਕਿਉਂਕਿ ਅਮੂਮਨ ਜਦੋਂ ਜਿਹੜੇ ਮੁੱਖ ਚੋਣ ਕਮਿਸ਼ਨਰ ਹੁੰਦੇ ਆ ਉਹ ਪ੍ਰੈਸ ਕਾਨਫਰੰਸ ਕਰਦੇ ਆ ਤਾਂ ਪਹਿਲਾਂ ਉਹ ਜਾਣਕਾਰੀ ਦਿੰਦੇ ਆ ਕਿ ਅਸੀਂ ਕਿਸ ਤਰੀਕੇ ਨਾਲ ਕੰਡਕਟ ਕਰਵਾਵਾਂਗੇ, ਕਿੰਨੇ ਐਕਸਟਰਾ ਐਫਰਟ ਕਰਨੇ ਪੈਣਗੇ ਕਮਿਸ਼ਨ ਨੂੰ, ਕਿੰਨੇ ਬੂਥ ਐਕਸਟਰਾ ਬਣਾਏ ਜਾਣਗੇ, ਕਿੰਨੀ ਡਿਪਲੋਇਮੈਂਟ ਜਿਹੜੀ ਸਿਕਿਉਰਿਟੀ ਫੋਰਸਸ ਦੀ ਐਕਸਟਰਾ ਹੋਏਗੀ ਔਰ किस सूबे ਦੇ ਵਿੱਚ किस ਤਰੀਕੇ ਦੀ ਉਥੋਂ ਦੀ ਭੂਗੋਲਿਕ ਸਥਿਤੀ ਹੈ ਔਰ ਕਿਵੇਂ ਇਲੈਕਸ਼ਨ ਕਮਿਸ਼ਨ ਇਸ ਪੂਰੀ ਚੋਣ ਪ੍ਰਕਿਰਿਆ ਨੂੰ ਮੈਨੇਜ ਕਰੇਗਾ। ਕਰੀਬ 10-15 ਮਿੰਟ 20 ਮਿੰਟ ਇਹ ਸਾਰੀ ਜਾਣਕਾਰੀ ਜਿਵੇਂ ਪ੍ਰੈਸ ਕਾਨਫਰੰਸ ਸ਼ੁਰੂ ਹੁੰਦੀ ਹੈ ਇਹ ਮੁੱਖ ਚੋਣ ਕਮਿਸ਼ਨਰ ਵੱਲੋਂ ਦਿੱਤੀ ਜਾਂਦੀ ਹੈ ਔਰ ਪ੍ਰੈਸ ਕਾਨਫਰੰਸ ਸ਼ੁਰੂ ਹੋਣ ਦੇ 15 ਮਿੰਟ ਬਾਅਦ ਜਿਵੇਂ ਗੌਰਵ ਕਹਿ ਰਿਹਾ ਕਿ 4 ਵਜੇ ਦੇ ਕਰੀਬ ਜਿਹੜਾ ਹੈ ਫਿਰ ਤਰੀਕਾਂ ਤੇ ਇਲੈਕਸ਼ਨ ਕਮਿਸ਼ਨ ਨੇ ਆ ਜਾਣਾ ਹੈ ਔਰ ਸਟੇਟ ਵਾਈਜ਼ ਸਟੇਟ ਉਹਨਾਂ ਨੇ ਦੱਸਣਾ ਹੈ ਕਿ ਕਿਹੜੀ ਸਟੇਟ ਦੇ ਵਿੱਚ ਕਿੰਨੀ ਤਰੀਕ ਨੂੰ ਇਲੈਕਸ਼ਨ ਹੋਣੇ ਹੈ, ਉਸ ਦੀਆਂ ਨੋਮੀਨੇਸ਼ਨਸ ਕਦੋਂ ਸ਼ੁਰੂ ਹੋ ਜਾਣੀਆਂ ਹੈ, ਫਿਰ ਉਸ ਦਾ ਜਿਹੜਾ ਪੂਰਾ ਚੋਣ ਪ੍ਰੋਗਰਾਮ ਹੈ ਨੋਮੀਨੇਸ਼ਨ ਤੋਂ ਲੈ ਕੇ ਫਿਰ ਵਿਦਡਰਾਅਲ ਦਾ ਜਿਹੜਾ ਸਕਰੂਟਨਿੰਗ ਹੁੰਦੀ ਹੈ, ਫਿਰ ਵਿਦਡਰਾਅਲ ਜਿਹੜੇ ਹੁੰਦੇ ਆ ਵਾਪਸ ਨਾਮਜ਼ਦਗੀਆਂ ਵਾਪਸ ਲੈਣੀਆਂ ਹੁੰਦੀਆਂ ਔਰ ਫਿਰ ਵੋਟਿੰਗ ਦੀ ਤਾਰੀਖ ਦਿੱਤੀ ਜਾਂਦੀ ਹੈ। ਸੋ ਇਸ ਵਾਰ काफी कुछ वखरा होएगा, इस दे विच कोई दो राय नहीं है गौरव, काफी कुछ वखरा बिल्कुल काफी कुछ वखरा होएगा जो ਅਸੀਂ लगातार जानकारी भी दे रहे हैं क्योंकि एक चीज तो बहुत क्लियर नजर आ रही है। हालांकि इलेक्शन कमिशन ਦੀ पीसी ਦਾ ਇੰਤਜ਼ਾਰ ਸਾਨੂੰ ਵੀ ਹੈ। ਇੱਕ ਚੀਜ਼ ਕਲੀਅਰ ਨਜ਼ਰ ਆ ਰਹੀ ਹੈ ਕਿ ਇੱਕ ਤਾਂ ਇਲੈਕਸ਼ਨ ਸਟਾਰਟਿੰਗ ਫੇਜ਼ ਦੇ ਵਿੱਚ ਸ਼ਾਇਦ ਪੰਜਾਬ ਦੇ ਵਿੱਚ ਨਹੀਂ ਹੋਣਗੇ ਜਿਵੇਂ ਪਿਛਲੀ ਵਾਰ 4 ਤਰੀਕ ਨੂੰ ਇਲੈਕਸ਼ਨ ਕੋਡ ਆਫ ਕੰਡਕਟ ਲਗਾਇਆ ਗਿਆ ਸੀ ਇਲੈਕਸ਼ਨ ਕਮਿਸ਼ਨ ਦੇ ਵੱਲੋਂ 4 ਫਰਵਰੀ ਨੂੰ ਵੋਟਾਂ ਪੈ ਗਈਆਂ ਸੀ। ਇਸ ਵਾਰ 8 ਜਨਵਰੀ ਨੂੰ ਲਗਾਇਆ ਜਾ ਰਿਹਾ ਹੈ ਤੇ जो 8 फरवरी ਨੂੰ ਹੋ ਜਾਏਗੀ ਅਨਾਉਂਸਮੈਂਟ ਇਸ ਦੇ ਚਾਂਸਸ ਘੱਟ ਜ਼ਰੂਰ ਲੱਗ ਰਹੇ ਨੇ ਚਾਂਸਸ ਕਿ 8 ਫਰਵਰੀ ਨੂੰ ਵੋਟਾਂ ਹੋ ਜਾਣਗੀਆਂ ਕਿਉਂਕਿ ਇਸ ਸਮੇਂ ਕਿਆਸ ਲਗਾਏ ਜਾ ਰਹੇ ਨੇ ਕਿ ਐਂਡ ਦੇ ਵਿੱਚ ਜਾ ਕੇ 10-11 ਮਾਰਚ ਦੇ ਕਰੀਬ ਇਲੈਕਸ਼ਨ ਦੇ ਰਿਜ਼ਲਟ ਆਏ ਸੀ। ਪਿਛਲੀ ਵਾਰ 11 ਮਾਰਚ ਨੂੰ ਰਿਜ਼ਲਟ ਆਏ ਸੀ ਐਗਜ਼ੈਕਟ ਡੇਟ ਤੇ ਇਸ ਵਾਰ ਹੋ ਸਕਦਾ ਹੈ ਕਿ 15 ਮਾਰਚ ਦੇ ਜਾਂ 16 ਮਾਰਚ ਨੂੰ ਇਸ ਵਾਰ ਇਲੈਕਸ਼ਨ ਦੇ ਰਿਜ਼ਲਟ ਆਣ ਕਿਉਂਕਿ 4-5 ਦਿਨ ਲੇਟ ਕੋਡ ਆਫ ਕੰਡਕਟ ਲੱਗਿਆ ਹੈ ਤਾਂ ਜੇ 15 ਜਾਂ 16 ਹਾਲਾਂਕਿ ਕੋਵਿਡ ਦੀ ਵਜ੍ਹਾ ਦੇ ਨਾਲ ਹੋਰ ਵੀ ਹੋ ਸਕਦਾ ਹੈ ਕਿ ਜ਼ਿਆਦਾ ਫੇਸਿਸ ਦੇ ਵਿੱਚ ਜਾਇਆ ਜਾਵੇ ਤੇ ਇਸ ਕਰਕੇ ਇਲੈਕਸ਼ਨ ਥੋੜੇ ਜਿਹਾ ਹੋਰ ਰਿਜ਼ਲਟ ਹੋਰ ਪਿੱਛੇ ਚਲੇ ਜਾਣ। ਪਰ ਇਹ ਵੀ ਤੁਹਾਨੂੰ ਦੱਸ ਦਈਏ ਕਿ ਜੋ ਸਰਕਾਰ ਦੀ ਗਠਨ ਹੁੰਦਾ ਉਹ ਇੱਕ ਡੇਟ ਤੈਅ ਹੁੰਦੀ ਹੈ ਉਸ ਤੋਂ ਪਹਿਲਾਂ ਸਰਕਾਰ ਬਣਾਈ ਜਾਣੀ ਚਾਹੀਦੀ ਹੁੰਦੀ ਹੈ। ਇਹ ਇੱਕ ਸੰਵਿਧਾਨਿਕ ਪ੍ਰਕਿਰਿਆ ਔਰ 26 ਮਾਰਚ ਤੋਂ ਪਹਿਲਾਂ ਜਿਹੜੀ ਨਵੀਂ ਸਰਕਾਰ ਦਾ ਗਠਨ ਹੋਣਾ ਜ਼ਰੂਰੀ ਹੋਏਗਾ ਉਹ ਇੱਕ ਪੂਰਾ ਪ੍ਰੋਸੈਸ ਹੈ ਤਾਂ ਇਸ ਕਰਕੇ 26 ਮਾਰਚ ਤੋਂ ਪਹਿਲਾਂ ਉਮੀਦ ਕੀਤੀ ਜਾ ਸਕਦੀ ਹੈ ਕਿ ਰਿਜ਼ਲਟ ਆ ਜਾਣਗੇ ਤਾਂ 15-16 ਮਾਰਚ ਦੇ ਕਰੀਬ ਰਿਜ਼ਲਟ ਹੋਣਗੇ। ਇਹ ਤਾਂ ਤਕਰੀਬਨ ਸਾਫ਼ ਹੈ ਵਿਜੇ, ਯਾਨੀ 26 ਮਾਰਚ ਤੱਕ ਪੰਜਾਬ ਸਰਕਾਰ ਦਾ ਟੈਨਿਓਰ ਹੈ ਔਰ 26 ਮਾਰਚ ਤੱਕ ਅਗਲੀ ਸਰਕਾਰ ਦਾ ਗਠਨ ਹੋਣਾ ਹੀ ਹੋਣਾ ਹੈ ਸੰਵਿਧਾਨ ਦੇ ਮੁਤਾਬਿਕ ਇਹ ਲਿਖਿਆ ਗਿਆ ਹੈ। ਸਾਡੇ ਸਹਿਯੋਗੀ रवि मिश्रा और राजीव साढ़े नाल जुड़े हुए ने। एक बार फिर रवि को चलते हैं। रवि, जैसे हम बात कर रहे हैं अभी एक तो वहां पे क्या मूवमेंट हो रही है ये समझना चाहेंगे और दूसरी बात जैसे हम बात कर रहे थे मैं और गौरव कि पंजाब में इस बार डिफरेंट तरीके से हो सकता है। आज तक 2 ही चीजें हुई हैं, एक तो सबसे शुरुआती चरण में इलेक्शन हो जाते हैं और दूसरी बात एक ही फेज में हो जाती है। तो इस बार दोनों चीजें नहीं लग रही हैं कि एक तो शुरुआती चरण में नहीं होंगे क्योंकि उसमें यूपी का फैक्टर भी आ जाता है, पिछले टाइम में जो किसान आंदोलन हुआ है दिल्ली में उसका भी फैक्टर इसमें काउंट किया जा सकता है कि पंजाब वाले कहीं फ्री होकर दिल्ली ना पहुंच जाएं तो इस फैक्टर को भी हो सकता है ध्यान में रखा जाए। और दूसरी बात कि पंजाब के 2 या 3 फेज हो सकते हैं कोविड की वजह से क्योंकि इस बार एक तो कोविड नया है और एक पिछले टाइम में जो आंदोलन हुआ है उसका भी असर इस चुनाव की तारीखों पर दिखेगा। बिल्कुल, देखिए चुनाव के तौर तरीकों पे काफ़ी फ़र्क दिखेगा और नए अंदाज में ये चुनाव होने वाले हैं, नई तरीकों से चुनाव होने वाले हैं। सबसे बड़ी बात है कि सुरक्षा के मद्देनज़र इलेक्शन कमीशन काफ़ी सतर्क है। कोविड को देखते हुए कई प्रोटोकॉल लगाए जाएंगे और पोलिंग बूथ की खास तौर पे जो ऑब्जर्वर हैं इलेक्शन कमीशन के वो तैनात किए जाएंगे। तो ऑब्जर्वर का सबसे पहला काम है कि जिस तरीके से सोशल डिस्टेंसिंग को मेंटेन करना, कोविड एप्रोप्रिएट बिहेवियर को मेंटेन करना और वोटिंग के वक्त जो तमाम वोटर्स हैं वो मास्क पहन के आएँ और सुरक्षा को लेकर भी वहाँ पे जिम्मेदारी काफ़ी पुख्ता होगी। इसको लेकर काफ़ी सतर्क है इलेक्शन कमीशन। और जो आपने कहा कि क्या इस बार चुनाव आगे पीछे हो सकते हैं, बिल्कुल हो सकते हैं, चरणों में भी बदलाव देखने को मिलेगा। जिस तरीके से बात करें संख्या की
तो 403 विधानसभा सीट है उत्तर प्रदेश में, अपने आप में एक बहुत बड़ा राज्य है भारत का, और 403 विधानसभा समेटे हुए हैं अपने अंदर। तो एक काफ़ी बड़ी जिम्मेदारी है कि 403 विधानसभा सीटों पे सुचारू रूप से चुनाव हो, तो उसके लिए इलेक्शन कमीशन ने अलग तैयारी कर रखी है। उसके बाद आते हैं संख्या में 117 विधानसभा सीट पंजाब की है, तो 117 विधानसभा सीटें हैं। उसके हिसाब से कितने चरणों में होगा, 2 चरणों में होंगे, 3 चरणों में होंगे, या फिर इससे ज़्यादा भी चरण हो सकते हैं, ये इलेक्शन कमीशन को तय करना है। इसके अलावा बात करें आप गोवा की, बात करें आप उत्तराखंड की, तो उत्तराखंड में भी 70 विधानसभा सीट है, गोवा में भी 40 विधानसभा सीट है। तो इसके मद्देनज़र कहीं ना कहीं इलेक्शन कमीशन अपना रोड मैप तैयार करेगा और पूरी कमक के हिसाब से, पूरी संख्या के हिसाब से इलेक्शन कमीशन सबकी ड्यूटी तय करेगा। और कहीं ना कहीं तारीख आज इतने महत्वपूर्ण इसलिए है क्योंकि चुनाव आयोग की आज इस प्रेस वार्ता पे तमाम राजनीतिक दलों की नज़र है। इसके बाद राजनीतिक दल किस तरीके से अपनी गतिविधियों में आगे कदम उठाते हैं, किस तरीके से रूपरेखा तय करेंगे, ये भी काफ़ी दिलचस्प होगा। इसलिए तमाम राजनीतिक दल निगाहें लगाकर बैठे हैं। काउंटडाउन शुरू हो गया है। अगले कुछ ही देर में ये आप देख सकते हैं कि ठीक मेरे पीछे विज्ञान भवन है और यहाँ पर इलेक्शन कमीशन की प्रेस वार्ता होने वाली है। जो सुशील चंद्रा है, मुख्य चुनाव आयोग के आयुक्त हैं, वो यहाँ पर प्रेस वार्ता करेंगे और बाकायदा एक एक बात को समझाएंगे। क्या प्रोटोकॉल होगा, कितनी डिप्लॉयमेंट्स होंगी पुलिस की, प्रशासन की, और किस तरीके से पोलिंग बूथ को इंतज़ाम किया है चुनाव आयोग ने, तमाम चीज़ों पर ब्यौरा देंगे, जानकारी देंगे। बस इंतज़ार है कुछ पलों का जब चुनावों की तारीखों की घोषणा होगी। जी गौरव।